ਸਿੱਧੂ ਮੂਸੇਵਾਲਾ ਇੱਕ ਬੜਾ ਵੱਡਾ ਕਲਾਕਾਰ ਸੀ ਤੇ ਉਹ ਸਿੰਗਰ ਸੀ ਤੇ ਭਗਵੰਤ ਮਾਨ ਕਮੇਡੀਅਨ ਸੀ। ਇੱਕ ਪਰਿਵਾਰ 'ਚ ਹੋਣ ਤੋਂ ਉਹਨੇ ਪਤਾ ਹੀ ਨਹੀਂ ਲਿਆ 5 ਦਿਨ ਦਿੱਲੀ ਵੱਲ ਦੇਖਦਾ ਰਿਹਾ। ਕੇਜਰੀਵਾਲ ਦੀ ਵੀ ਟਵੀਟ ਆ ਗਿਆ ਕਿ ਮੂਸੇਵਾਲਾ ਦਾ ਜਿਹੜਾ ਮਰਡਰ ਹੋਣਾ ਬੜਾ ਮਾੜਾ। ਇਹਨਾਂ ਨੂੰ 5 ਦਿਨਾਂ ਬਾਅਦ ਯਾਦ ਆਈ ਆ। ਇਹ ਬੜਾ ਅਫਸੋਸ ਵਾਲੀ ਗੱਲ ਆ। ਗੱਲ ਹੈ ਕਿ ਕਿਸੇ ਦੀ ਸਿਕਿਉਰਿਟੀ ਨੂੰ ਡਿਸਕਲੋਜ਼ ਕਰਕੇ ਤੇ 24 ਘੰਟਿਆਂ 'ਚ ਉਸ ਬੱਚੇ ਦਾ ਮਰਡਰ ਹੋ ਜੇ ਤੇ ਅੱਜ ਜਾਣਾ ਤੇ ਉੱਥੇ ਕੋਈ ਗੱਲਾਂ ਕਰਨੀਆਂ, ਮੇਰਾ ਖਿਆਲ ਹੈ ਇਹ ਇੱਕ ਸੀਜ਼ਨਡ ਪੋਲੀਟੀਸ਼ੀਅਨ ਤੇ ਇੱਕ ਗੁੱਡ ਐਡਮਿਨਿਸਟ੍ਰੇਟਰ ਦੀ ਨਿਸ਼ਾਨੀ ਹੈ। ਆਪਾਂ ਦੇਖਦੇ ਹਾਂ ਹੁਣ ਕੁਝ 60-70 ਦਿਨ ਤੋਂ ਆਪਾਂ ਪਿੱਛੇ ਦੇਖਦੇ ਨੇ ਲਗਾਤਾਰ ਮਰਡਰਸ ਹੋ ਰਹੇ ਨੇ, ਖੁੱਲ੍ਹੇਆਮ ਕਤਲੇਆਮ ਹੋ ਰਿਹਾ, ਤੇ ਜਦ ਇਸ ਨੂੰ ਰੋਕਣਾ ਹੋਵੇ ਤਾਂ ਤੁਹਾਨੂੰ ਨਹੀਂ ਲੱਗਦਾ ਇੱਕ ਰਣਨੀਤੀ ਬਣਾਉਣੀ ਬਹੁਤ ਜ਼ਰੂਰੀ ਹੈ? ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲ ਕੇ ਆਇਆ ਕਿਉਂਕਿ ਜਿਸ ਦਿਨ ਕਤਲੇਆਮ ਹੋਇਆ ਸੀ ਤੁਸੀਂ ਵੀ ਉੱਥੇ ਪਹੁੰਚੇ ਸੀ ਰਾਤ। ਕਿਵੇਂ ਦੇਖਦੇ ਹੋ ਦੋਨੋਂ ਮਾਪਿਓ ਹੁਣ ਸਿਰਫ ਇਹ ਕਹਿ ਰਹੇ ਕਿ ਸਾਡੇ ਬੱਚਾ ਤਾਂ ਚੱਲ ਗਿਆ, ਹੁਣ ਬਾਕੀ ਬੱਚੇ ਨੂੰ ਬੁਲਾ ਲਓ, ਇੰਨੀ ਪ੍ਰਸਿੱਧੀ ਹਾਸਿਲ ਨਾ ਕਰੋ ਕਿ ਤੁਸੀਂ ਲੋਕਾਂ ਦੀ ਨਜ਼ਰਾਂ 'ਚ ਨਜ਼ਰ ਆਉਣ ਲੱਗ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨਿਰੂਪ ਚਰਵਾਨ। ਪੰਜਾਬ ਦੇ ਮਾਹੌਲ ਨੂੰ ਲੈ ਕੇ ਹਰ ਕੋਈ ਇਸ ਵੇਲੇ ਗੱਲ ਕਰ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਘਾਤਕ ਜੇ ਬਾਜ਼ਾਰ ਇੱਥੇ ਪਹੁੰਚ ਰਹੇ ਨੇ, ਸਭ ਤੋਂ ਵੱਡੀ ਗੱਲ ਇਹ ਹੈ ਸਿੱਧੂ ਮੂਸੇਵਾਲੇ ਦੀ ਮੌਤ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਰਸ਼ੀਆ ਤੋਂ ਆਟੋਮੈਟਿਕ ਅਜਿਹੇ ਹਥਿਆਰ ਆ ਰਹੇ ਨੇ ਜੋ ਬੁਲੇਟ ਪ੍ਰੂਫ ਵੈਨ ਨੂੰ ਵੀ ਭੇਜ ਸਕਦੇ ਨੇ। ਤੇ ਸਭ ਤੋਂ ਵੱਡੀ ਗੱਲ ਹੈ ਸਾਡੇ ਨਾਲ ਇਸ ਵੇਲੇ ਸਾਬਕਾ ਡਿਪਟੀ ਸੀਐਮ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਇੱਥੇ ਮੌਜੂਦ ਨੇ। ਸਰ, ਤੁਸੀਂ ਜੇਲ੍ਹ ਮੰਤਰੀ ਵੀ ਰਹੇ ਹੋ, ਡਿਪਟੀ ਸੀਐਮ ਵੀ ਰਹੇ ਹੋ। ਇਹ ਜੇ ਮਾਹੌਲ ਇਸ ਵੇਲੇ ਪੰਜਾਬ ਦਾ, ਇਸ ਨੂੰ ਲੈ ਕੇ ਹਰ ਕੋਈ ਗੱਲ ਕਰ ਰਿਹਾ, ਵਿਰੋਧੀ ਧਿਰ ਹੋ ਗਈ, ਭਾਵੇਂ ਲੋਕ ਹੋ ਗਏ ਜਾਂ ਫਿਰ ਕਈ ਇੰਟਰਨੈਸ਼ਨਲ ਲੈਵਲ ਤੇ ਗੱਲ ਹੋ ਰਹੀ ਹੈ ਕਿ ਅਜਿਹੇ ਘਾਤਕ ਹਥਿਆਰ ਪੰਜਾਬ ਦੇ ਵਿੱਚ ਮੌਜੂਦ ਨੇ ਤੇ ਪੰਜਾਬ ਦੇ ਇੰਟੈਲੀਜੈਂਸ ਨੂੰ ਨਹੀਂ ਪਤਾ। ਨਹੀਂ, ਵੇਖੋ ਇਹਦੇ 'ਚ ਇਹ ਨਹੀਂ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਇੰਟੈਲੀਜੈਂਸ ਨੂੰ ਨਹੀਂ ਪਤਾ ਜਾਂ ਡਿਪਾਰਟਮੈਂਟ ਨੂੰ ਨਹੀਂ ਪਤਾ। ਇਹ ਚੀਜ਼ਾਂ ਜਿਹੜੀਆਂ ਨੇ ਗੌਰਮੈਂਟ ਆਫ ਇੰਡੀਆ ਵੱਲੋਂ ਵੀ ਇਨਪੁਟ ਜਿਹੜੀ ਆ ਟਾਈਮ ਟੂ ਟਾਈਮ ਡੇ ਟੂ ਡੇ ਸਾਨੂੰ ਆਉਂਦੀ ਰਹਿੰਦੀ ਆ। ਪਰ ਉਹਦੇ ਲਈ ਤੁਹਾਡੇ ਕੋਲ ਟਾਈਮ ਚਾਹੀਦਾ, ਤੁਹਾਡੇ ਕੋਲ ਸਿੰਸੈਰਿਟੀ ਚਾਹੀਦੀ ਹੈ ਔਰ ਇਹ ਦੇਖਣਾ ਹੁੰਦਾ ਕਿ ਕਿੰਨੀ ਕੁ ਤੁਸੀਂ ਉਸ ਕੰਮ ਨੂੰ ਅਹਿਮੀਅਤ ਦੇ ਰਹੇ ਹੋ। ਅਤੇ ਜੇ ਸਾਡਾ ਧਿਆਨ ਹੀ ਨਹੀਂ, ਜੇ ਸਾਡੇ ਕੋਲ ਇਹੀ ਚੀਜ਼ ਨਹੀਂ ਕਿ ਅਸੀਂ ਇਹਦੇ 'ਤੇ ਕੰਟਰੋਲ ਕਰਨਾ ਜਾਂ ਕੀ ਕਰਨਾ। ਤੁਸੀਂ ਹੁਣ ਮੈਂ ਜੇਲ੍ਹ ਮਿਨਿਸਟਰ ਹਾਂ, ਤੁਹਾਨੂੰ ਮੈਂ ਕਈ ਵਾਰ ਤੁਸੀਂ ਦੇਖਿਆ ਮੇਰੇ ਆਪਣੇ ਮੋਬਾਈਲ ਦੇ ਉੱਤੇ ਸਾਰੀਆਂ ਜੇਲ੍ਹਾਂ ਦਾ ਕੰਟਰੋਲ ਹੁੰਦਾ ਸੀ ਔਰ ਮੈਂ ਕਈ ਵਾਰੀ ਰਾਤ 2 ਵਜੇ ਉੱਠ ਕੇ ਵੀ CCTV ਕੈਮਰੇ 'ਤੇ ਜੇਲ੍ਹ ਵੇਖਦਾ ਰਿਹਾ ਔਰ ਮੈਨੂੰ ਆਪ ਨੂੰ ਕਈ ਵਾਰ ਇਨਫੋਰਮੇਸ਼ਨ ਆ ਜਾਂਦੀ ਸੀ ਜਾਂ ਪਤਾ ਚੱਲ ਰਹਿੰਦਾ ਸੀ ਕਿ ਗੌਰਮੈਂਟ ਆਫ ਇੰਡੀਆ ਵੀ ਦਿੰਦੀ ਕਿ ਜੇਲ੍ਹਾਂ ਦਾ ਜਿਹੜਾ ਧਿਆਨ ਰੱਖੋ। ਮੈਂ ਉਹਦੇ 'ਤੇ ਇਕੱਲੀ ਆਪਣੇ ਆਫਿਸਰਸ ਦੇ ਉੱਤੇ ਨਹੀਂ ਛੱਡੀ, ਨਾਲ ਮੈਂ ਉੱਥੇ ਆਪ ਵੀ ਦੇਖਦਾ ਰਿਹਾ ਕਿਉਂਕਿ ਜਦੋਂ ਕੋਈ ਚੀਜ਼ ਆਉਣੀ ਹੈ ਪੰਜਾਬ ਦੇ ਵਿੱਚ, ਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਅਤੇ ਉਹਦੇ 'ਚ ਕੇਜਰੀਵਾਲ ਦੀ ਕੋਈ ਗੱਲ ਨਹੀਂ, ਉਹਦੇ 'ਚ DGP ਦੇ ਉੱਤੇ ਨਹੀਂ ਜਿੰਨਾ ਚੀਫ ਮਿਨਿਸਟਰ ਦੇ ਉੱਤੇ ਅਟੈਕ ਆਇਆ। ਜੇ ਜੇਲ੍ਹ 'ਚ ਕੋਈ ਗੱਲ ਹੋਣੀ ਸੀ ਅਤੇ ਉਹਦੇ ਉੱਤੇ ਚੀਫ ਮਿਨਿਸਟਰ ਦੀ ਕੋਈ ਗੱਲ ਨਹੀਂ ਸੀ ਹੋਣੀ ਕਿਉਂਕਿ ਡਿਪਾਰਟਮੈਂਟ ਮੇਰੇ ਕੋਲ ਸੀ, ਮੇਰੇ ਉੱਤੇ ਅਟੈਕ ਹੋਣਾ ਸੀ ਸਾਰਾ ਕਿ ਇਹਨੇ ਕੰਟਰੋਲ ਨਹੀਂ ਕਰ ਸਕੇ। ਇਸ ਕਰਕੇ ਭਗਵੰਤ ਮਾਨ ਹੋਣਾ ਨੂੰ ਦਿੱਲੀ ਦੀ ਸਿਆਸਤ ਛੱਡ ਕੇ ਪੰਜਾਬ ਨੇ ਬੜਾ ਕਾਲਾ ਦੌਰ ਦੇਖਿਆ ਔਰ ਜੋ ਪੰਜਾਬ 'ਚ ਚੱਲ ਰਿਹਾ, ਸਿੱਧੂ ਮੂਸੇਵਾਲੇ ਨੇ ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਆ ਔਰ ਮੈਨੂੰ ਅਫਸੋਸ ਸੀ ਇਸ ਗੱਲ ਦਾ ਕਿ ਇੱਕ ਫੈਮਿਲੀ 'ਚ ਹੋਣ, ਫੈਮਿਲੀ ਹੁੰਦੀ ਹੈ ਜਦੋਂ ਅਸੀਂ ਪੋਲੀਟੀਕਲ ਬੰਦੇ ਹਾਂ ਅਤੇ ਜੇ ਕੋਈ ਮੇਰਾ ਪੋਲੀਟੀਕਲ ਸਾਥੀ ਜਾਂਦਾ ਤਾਂ ਮੇਰਾ ਉਹ ਪਰਿਵਾਰ ਹੀ ਆ। ਸਿੱਧੂ ਮੂਸੇਵਾਲਾ ਇੱਕ ਬੜਾ ਵੱਡਾ ਕਲਾਕਾਰ ਸੀ ਅਤੇ ਉਹ ਸਿੰਗਰ ਸੀ ਤੇ ਭਗਵੰਤ ਮਾਨ ਕਮੇਡੀਅਨ ਸੀ। ਠੀਕ ਹੈ, ਇੱਕ ਫੈਮਿਲੀ 'ਚ ਹੋਣ ਤੋਂ ਇੱਕ ਪਰਿਵਾਰ 'ਚ ਹੋਣ ਤੋਂ ਉਹਨੇ ਪਤਾ ਹੀ ਨਹੀਂ ਲਿਆ 5 ਦਿਨ ਦਿੱਲੀ ਵੱਲ ਦੇਖਦਾ ਰਿਹਾ। ਕੱਲ੍ਹ ਦਿੱਲੀੋਂ ਪਹਿਲੋਂ ਕੇਜਰੀਵਾਲ ਕੋਲੋਂ ਪਰਮਿਸ਼ਨ ਲਈ ਕਿ ਮੈਂ ਸਿੱਧੂ ਮੂਸੇਵਾਲੇ ਦੇ ਜਾਵਾਂ ਕਿ ਨਾ ਜਾਵਾਂ। ਤੁਸੀਂ ਵੇਖਿਆ ਹੋਣਾ, ਇਹ ਮੈਂ ਇਸ ਕਰਕੇ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਕਿਸਾਨਾਂ ਦੀ ਉੱਥੇ ਮੀਟਿੰਗ ਸੀ, ਕਿਸਾਨ ਇੱਥੇ ਬੈਠੇ ਸੀ ਅਤੇ ਇਹ ਆਪ ਰਾਘਵ ਚੱਡਾ ਨੂੰ ਲੈ ਕੇ, ਅਤੇ ਕੱਲ੍ਹ ਵੀ ਰਾਘਵ ਚੱਡਾ ਦੇ ਦੋਨੋਂ ਗਏ ਨੇ ਅਤੇ ਅੱਜ ਕੇਜਰੀਵਾਲ ਦੀ ਵੀ ਟਵੀਟ ਆ ਗਿਆ ਕਿ ਮੂਸੇਵਾਲਾ ਜਿਹੜਾ ਮਰਡਰ ਹੋਣਾ ਬੜਾ ਮਾੜਾ। ਇਹਨਾਂ ਨੂੰ 5 ਦਿਨਾਂ ਬਾਅਦ ਯਾਦ ਆਈ ਆ। ਇਹ ਬੜਾ ਅਫਸੋਸ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ, ਜਿਹੜਾ ਘੱਲੂਘਾਰੇ ਦੇ ਨਾਂ 'ਤੇ ਲੋਕਾਂ ਦੀ ਸਿਕਿਉਰਿਟੀ ਵਾਪਸ ਲਈ ਔਰ ਉਹਦੇ ਬਾਅਦ
ਭਗਵੰਤ ਮਾਨ ਜੀ ਨੇ ਜਿਹੜਾ ਇਹਨਾਂ ਦਾ ਆਫੀਸ਼ੀਅਲ ਪੇਜ ਆ ਪਾਰਟੀ ਦਾ ਉਹਦੇ ਤੋਂ ਟਵੀਟ ਕਰਨਾ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਕਿਸੇ ਦੀ ਸਿਕਿਉਰਿਟੀ ਨੂੰ ਡਿਸਕਲੋਜ਼ ਕਰਕੇ ਤੇ 24 ਘੰਟਿਆਂ 'ਚ ਉਸ ਬੱਚੇ ਦਾ ਮਰਡਰ ਹੋ ਜੇ ਤੇ ਅੱਜ ਜਾਣਾ ਤੇ ਉੱਥੇ ਕੋਈ ਗੱਲਾਂ ਕਰਨੀਆਂ ਮੇਰਾ ਖਿਆਲ ਇਹ ਇੱਕ ਸੀਜ਼ਨਡ ਪੋਲੀਟੀਸ਼ੀਅਨ ਤੇ ਇੱਕ ਗੁੱਡ ਐਡਮਿਨਿਸਟ੍ਰੇਟਰ ਦੀ ਨਿਸ਼ਾਨੀ ਨਹੀਂ। ਅੱਜ ਲੋਕ ਵੀ ਕਾਫੀ ਨਾਰਾਜ਼ ਹੋਏ। ਛਾਵਨੀ 'ਚ ਪੂਰਾ ਤਬਦੀਲ ਹੋ ਗਿਆ ਸੀ ਸਿੱਧੂ ਮੂਸੇਵਾਲਾ ਦਾ ਘਰ, ਅਗਰ ਤੁਸੀਂ ਖਬਰਾਂ 'ਚ ਦੇਖਿਆ ਹੋਵੇਗਾ। ਮੈਂ ਦੇਖਿਆ, ਸਾਰੇ ਚੈਨਲ ਮੈਂ ਵੀ ਦੇਖੇ ਨੇ। ਉਹਦੇ 'ਚ ਜ਼ਰੂਰ ਇਹ ਤੁਹਾਡੀ ਗੱਲ ਮੈਂ ਬਿਲਕੁਲ ਠੀਕ ਕਰਦਾ ਕਿ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਘੱਲੂਘਾਰੇ ਲਈ ਸਾਨੂੰ ਚਾਹੀਦੀ ਸੀ ਫੋਰਸ ਚਾਹੀਦੀ, ਦੂਜੇ ਪਾਸੇ ਅੱਜ 2500 ਆਦਮੀ ਆਫੀਸ਼ੀਅਲੀ ਲੱਗਾ ਤੇ ਅੱਜ ਘੱਲੂਘਾਰੇ ਦਾ ਕੋਈ ਡਰ ਨਹੀਂ ਸੀ। ਅੱਜ ਨਹੀਂ ਸੀ ਪਤਾ ਕਿ ਪੰਜਾਬ ਦੇ ਵਿੱਚ ਜੇ 2500 ਬੰਦਾ ਵਿਡਰਾ ਕਰਕੇ ਇੱਕ ਚੀਫ ਮਿਨਿਸਟਰ ਦੀ ਲਾ ਦਾਂਗੇ ਤਾਂ 5 ਦਿਨ ਠਹਿਰ ਕੇ ਚਲਾ ਜਾਂਦਾ, ਜਿੱਥੇ ਇੰਨੇ ਦਿਨ ਨਹੀਂ ਗਿਆ ਤੇ 5 ਦਿਨ ਹੋਰ ਮੁੱਖ ਮੰਤਰੀ ਸਾਹਿਬ ਲੇਟ ਚਲੇ ਜਾਂਦੇ ਤਾਂ ਉਹ ਕਿਹੜਾ ਵਿਚਾਰਾ ਵਾਪਸ ਆ ਜਾਣਾ ਸੀ। ਸਵਾਲ ਹੈਗਾ ਕਿਉਂਕਿ ਤੁਸੀਂ ਜੇਲ੍ਹ ਮੰਤਰੀ ਰਹੇ ਹੋ, ਕਾਫੀ ਰਿਫਾਰਮਸ ਵੀ ਕੀਤੇ ਨੇ, ਇੱਕਦਮ ਗੈਂਗਵਾਰ ਸ਼ੁਰੂ ਹੋਣਾ ਔਰ ਸੋਸ਼ਲ ਮੀਡੀਆ ਤੇ ਸਿੱਧੇ ਆਣਾ, ਫੋਨ ਕਿਤੇ ਨਾ ਕਿਤੇ ਬੰਦ ਨਹੀਂ ਹੋ ਪਾ ਰਹੇ ਨੇ, ਫੋਨ ਹਜੇ ਵੀ। ਇਹਦੇ ਦੱਸ ਦਿੰਦਾ ਕਿ ਵਾਕਈ ਇਹ ਬੜਾ ਔਖਾ ਟਾਸਕ ਆ ਗਵਰਨਮੈਂਟ ਨੂੰ ਜਾਂ ਗਵਰਨਮੈਂਟ ਆਫ ਇੰਡੀਆ ਨੂੰ। ਮੈਂ ਉਦੋਂ ਲਿਖ ਕੇ ਵੀ ਭੇਜਿਆ ਸੀ ਕਿ ਜਿਹੜੇ ਸਾਡੇ ਪੰਜਾਬ 'ਚ ਗੈਂਗਸਟਰ ਬੈਠੇ ਨੇ ਇਹਨਾਂ ਨੂੰ ਬਾਹਰਲੇ ਜੇਲ੍ਹਾਂ 'ਚ ਟਰਾਂਸਫਰ ਕਰ ਦਿਓ। ਉਹਨਾਂ ਨੇ ਨਹੀਂ ਸੁਣੀ, ਪਰ ਜਿਹੜੇ ਟਰਾਂਸਫਰ ਵੀ ਹੋਏ ਨੇ ਉਹਨਾਂ ਨੇ ਜ਼ਿਆਦਾ ਬਾਹਰ ਜਾ ਕੇ ਗੰਦ ਪਾ ਦਿੱਤਾ। 3 ਨਹੀਂ ਹੋਏ, 3 ਟਰਾਂਸਫਰ ਨਹੀਂ ਹੋਏ, ਉਹਨਾਂ ਨੇ ਦਿੱਲੀ ਦੇ ਵਿੱਚ ਆਪਣੇ 'ਤੇ ਕੋਈ ਕੇਸ ਛੋਟੇ ਮੋਟੇ ਕਰਵਾ ਲਏ ਤਾਂ ਉੱਥੋਂ ਦੀ ਪੁਲਿਸ ਨੇ ਰਜਿਸਟਰ ਵੀ ਕਰ ਲਏ ਤੇ ਉਹਦੇ ਬਾਅਦ ਉਹ ਬੰਦੇ ਉੱਥੇ ਜਾ ਕੇ ਤੇ ਉਹਨਾਂ ਬੰਦਿਆਂ ਨੇ ਪੰਜਾਬ 'ਚ ਜ਼ਿਆਦਾ ਮਚਾਈ ਆ, ਗਦਰ ਮਚਾਇਆ। ਤੇ ਇਹ ਗਵਰਨਮੈਂਟ ਆਫ ਇੰਡੀਆ ਨੂੰ ਹੁਣ ਚਾਹੀਦਾ ਕਿ ਪੰਜਾਬ ਨੂੰ JNK ਦੀਆਂ ਜਿਹੜੀਆਂ ਜੇਲ੍ਹ ਨੇ, ਜਿਹੜੇ ਉੱਥੇ ਐਕਸਟਰੀਮਿਸਟ ਨੇ, ਜਿਵੇਂ ਉਹਨਾਂ ਨੂੰ ਕੀਤਾ ਉਸੇ ਤਰ੍ਹਾਂ ਪੰਜਾਬ ਦੇ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਡੀਲ ਕਰਨਾ ਚਾਹੀਦਾ। ਸਰ ਆਪਾਂ ਦੇਖਦੇ ਹਾਂ ਹੁਣ ਕੁਝ 60-70 ਦਿਨ ਤੋਂ ਆਪਾਂ ਪਿੱਛੇ ਦੇਖਦੇ ਨੇ ਲਗਾਤਾਰ ਮਰਡਰਸ ਹੋ ਰਹੇ ਨੇ, ਖੁੱਲ੍ਹੇਆਮ ਕਤਲੇਆਮ ਹੋ ਰਿਹਾ, ਤੇ ਜਦ ਇਸ ਨੂੰ ਰੋਕਣਾ ਹੋਵੇ ਤਾਂ ਤੁਹਾਨੂੰ ਨਹੀਂ ਲੱਗਦਾ ਇੱਕ ਰਣਨੀਤੀ ਬਣਾਉਣੀ ਬਹੁਤ ਜ਼ਰੂਰੀ ਹੈ? ਰਣਨੀਤੀ ਵੇਖੋ, ਰਣਨੀਤੀ ਜਿਹੜੀ ਆ ਇਹ ਇਕੱਲਾ ਇੱਕ ਆਦਮੀ ਨਹੀਂ ਬਣਾਉਂਦਾ, ਉਹਦੇ ਲਈ ਪੂਰੀ ਆਫਿਸਰਸ ਦੀ ਟੀਮ ਹੁੰਦੀ ਹੈ ਅਤੇ ਨਾਲ ਪੋਲੀਟੀਸ਼ੀਅਨਾਂ ਦੀ ਵੀ ਟੀਮ ਹੁੰਦੀ ਜਿਹੜੇ ਗੌਰਮੈਂਟ 'ਚ ਹੁੰਦੇ ਨੇ। ਤਾਂ ਉਹ ਅਸੀਂ ਬੈਠ ਕੇ ਸਾਰੇ ਜਦੋਂ ਕੋਈ ਹੁੰਦੀ ਸੀ ਗੱਲ ਤਾਂ ਅਸੀਂ ਸਾਰੇ ਬੈਠ ਕੇ ਡਿਸਾਈਡ ਕਰਦੇ ਕਿ ਕਰਨਾ ਕੀ ਆ। ਔਰ ਮੇਰਾ ਖਿਆਲ ਹੈ ਕਿ ਜਿੰਨੀਆਂ ਮੈਰਾਥਨ ਮੀਟਿੰਗਸ ਸਾਡੇ ਟਾਈਮ 'ਤੇ ਹੋਈਆਂ ਕਦੀ ਵੀ ਨਹੀਂ ਸੀ ਹੋਈਆਂ। ਉਹਦੇ 'ਚ ਤੁਸੀਂ ਵੀ ਦੇਖਦੇ ਰਹੇ ਹੋ ਕਿ ਜਦੋਂ ਮੈਂ ਮਿਨਿਸਟਰ ਸੀਗਾ ਅਤੇ ਈਵਨ DGP ਪੰਜਾਬ ਪੁਲਿਸ ਜਿਹੜਾ ਉਹ ਵੀ ਮੀਟਿੰਗ 'ਚ ਆਉਂਦੇ ਸੀ ਕਿ ਜੇਲ੍ਹਾਂ ਨੂੰ ਕਿਵੇਂ ਕੰਟਰੋਲ ਕਰਨਾ, ਕਿਵੇਂ ਗੈਂਗਸਟਰ ਨੂੰ ਕਰਨਾ। ਵੇਖੋ ਜੇਲ੍ਹ ਤੋਂ ਬਾਹਰੋਂ ਬੰਦਾ ਫੜ ਕੇ ਜੇਲ੍ਹ 'ਚ ਭੇਜਦਾ, ਬਾਅਦ 'ਚ ਤਾਂ ਗੌਰਮੈਂਟ ਨੂੰ ਜੇਲ੍ਹ ਦੀ ਸਿਕਿਉਰਿਟੀ ਜ਼ਿਆਦਾ ਰੱਖਣੀ ਪੈਂਦੀ ਆ। ਔਰ ਕੋਸ਼ਿਸ਼ ਵੀ ਕੀਤੀ, ਮੈਂ ਮੰਨਦਾ ਕਿ ਸਾਡੇ ਕੋਲ ਨਹੀਂ ਹੋਏ ਕੰਟਰੋਲ ਨਹੀਂ ਹੋਏ, ਮੋਬਾਈਲ ਨਹੀਂ ਹੋਏ, ਕਿਉਂਕਿ ਬਹੁਤੇ ਬੜੇ ਵੱਡੇ ਕਾਰਨ ਨੇ। ਇਹ ਜਿਵੇਂ ਜੇਲ੍ਹਾਂ ਨੇ, ਤੁਸੀਂ ਫਿਰੋਜ਼ਪੁਰ ਜੇਲ੍ਹ ਚਲੇ ਜਾਓ, ਉਹ ਦੀਵਾਰ ਦੇ ਨਾਲ ਉੱਚੇ ਘਰ ਨੇ, ਤਾਂ ਉਹ ਜਿਹੜੀ ਉਦੋਂ ਜਿਹੜੀ ਥਰੋਇੰਗ ਆ ਉਹਦੇ ਰਾਹੀਂ ਵੀ ਮੋਬਾਈਲ ਅੰਦਰ ਚਲੇ ਜਾਂਦੇ, ਵਿੱਚੋਂ ਸਾਡੇ ਵੀ ਬਲੈਕ ਸ਼ੀਪਸ ਹੈਗੀਆਂ ਨੇ ਉਹ ਵੀ ਅੰਦਰ ਲੈ ਜਾਂਦੇ ਨੇ। ਅਤੇ ਇਹਦੇ ਲਈ ਬੜਾ ਵੱਡਾ ਇੱਕ ਆਪਰੇਸ਼ਨ ਜਿਹੜਾ ਇਹ ਚਲਾਉਣਾ ਪਏਗਾ ਕਿ ਕਮ ਸੇ ਕਮ ਜਿਹੜਾ ਗੈਂਗਸਟਰ ਜਿਹੜੇ ਨੇ ਇਹਨਾਂ ਲਈ ਮੇਰੇ ਟਾਈਮ ਤੋਂ ਫਾਈਲ ਮੂਵ ਹੋਈ ਆ। ਔਰ ਮੈਂ ਉਹਦੇ ਲਈ ਬਠਿੰਡਾ ਜਿਹੜੀ ਜੇਲ੍ਹ ਸੀ ਉਹਨੂੰ 70% ਤੱਕ ਡਾਰਕ ਜ਼ੋਨ ਜਿਹੜਾ ਤਿਆਰ ਕਰ ਲਿਆ ਸੀ, ਪਰ ਬਾਅਦ 'ਚੋਂ ਜਿਹੜੇ ਹੈਗੇ ਨੇ ਗੈਂਗਸਟਰ ਹਾਈ ਕੋਰਟ 'ਚ ਚਲੇ ਗਏ, ਸਾਡੇ ਆਹ ਹਿਊਮਨ ਰਾਈਟਸ ਵਾਇਲੇਸ਼ਨ ਹੈ, ਸਾਡੀ ਆਹ ਵਾਇਲੇਸ਼ਨ ਹੈ। ਅਤੇ ਉਹਦੇ 'ਚ ਮੇਰੇ ਖਿਆਲ ਕੋਰਟਸ ਨੂੰ ਵੀ ਹੁਣ ਦੇਖਣਾ ਪਏਗਾ ਕਿ ਜਿਹੜੇ ਬਾਹਰ ਬੱਚੇ ਬੈਠੇ ਨੇ, ਜਿਹੜੇ ਇਹਨਾਂ ਦੇ ਜਿੱਦਾਂ ਸਿੱਧੂ ਮੂਸੇਵਾਲਾ, ਇਹ ਮੇਰੇ ਕੋਲ ਮੇਰੇ ਖਿਆਲ 1921 'ਚ ਆਇਆ ਸੀ। ਇਹਨੇ ਮੈਨੂੰ ਦੱਸਿਆ ਕਿ ਜੀ ਆਹ ਚੀਜ਼ਾਂ ਕਰਦੇ ਨੇ, ਅਤੇ ਉਦੋਂ ਇਹਨੂੰ 4 ਗਨਮੈਨ ਦਿੱਤੇ। ਫਿਰ ਜਦੋਂ ਮੇਰੇ ਕੋਲ ਹੋਮ ਆਇਆ ਉਦੋਂ ਫਿਰ ਆਏ, ਫਿਰ 10 ਹੋਰ ਦਿੱਤੇ। ਔਰ ਜਿਹੜੀ ਸਿਕਿਉਰਿਟੀ ਥ੍ਰੈਟ ਪਰਸੈਪਸ਼ਨ ਉਹ ਪੂਰੀ ਦੇਖੀ ਗਈ। ਉਹਦੇ 'ਚ ਇਹ ਕਿਹਾ ਸੀ ਜਿਹੜੀ ਇਹਨੂੰ ਆਈ ਕਿ ਜਿਹੜੇ ਤੇਰੇ ਰਾਈਟਸ ਨੇ YouTube ਦੇ ਉਹ ਸਾਨੂੰ ਦੇ ਕਿ ਜਿਹੜੀ ਇਨਕਮ ਹੈ ਉਹ ਟੋਟਲ ਦੀ ਟੋਟਲ ਉੱਧਰ ਟਰਾਂਸਫਰ ਹੋ ਜਾਏਗੀ। ਅਤੇ ਇਹ ਤਾਂ ਫਿਰ ਗਾਣੇ ਬੋਲਣ ਜੋਗਾ ਹੀ ਰਹਿ ਗਿਆ। ਇਹ ਚੀਜ਼ਾਂ ਨੂੰ ਵੇਖ ਕੇ ਫਿਰ ਇਹਦੀ ਉਹਨਾਂ ਨੂੰ ਬਕਾਇਦਾ ਅਸੀਂ ਵੋਇਸ ਟੈਸਟਿੰਗ ਲਈ ਭੇਜਿਆ। ਉਹਦੇ ਬਾਅਦ ਇਹਨੂੰ ਸਿਕਿਉਰਿਟੀ ਦਿੱਤੀ ਗਈ। ਸਿਕਿਉਰਿਟੀ ਦੇਣਾ ਬਹੁਤ ਸੌਖਾ,
ਸਿਕਿਉਰਿਟੀ ਵਾਪਸ ਲੈਣੀ ਬਹੁਤ ਔਖੀ ਹੁੰਦੀ ਹੈ, ਪਰ ਇਸ ਗੌਰਮੈਂਟ 'ਚ ਸਿਕਿਉਰਿਟੀ ਵਾਪਸ ਲੈਣ ਨੂੰ ਤੇ ਇਹਨੂੰ ਕਿਸੇ ਦੇ ਅੱਗੇ ਸੁੱਟ ਦੇਣਾ, ਇਹ ਬੜਾ ਇਹਨਾਂ ਨੇ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ। ਤੁਸੀਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲ ਕੇ ਆਏ, ਕਿਉਂਕਿ ਜਿਸ ਦਿਨ ਕਤਲੇਆਮ ਹੋਇਆ ਸੀ ਤੁਸੀਂ ਵੀ ਉੱਥੇ ਪਹੁੰਚੇ ਸੀ ਰਾਤ। ਕਿਵੇਂ ਦੇਖਦੇ ਹੋ ਦੋਨੋਂ ਮਾਪਿਓ ਹੁਣ ਸਿਰਫ ਇਹ ਕਹਿ ਰਹੇ ਕਿ ਸਾਡੇ ਬੱਚਾ ਤਾਂ ਚੱਲ ਗਿਆ, ਹੁਣ ਬਾਕੀ ਬੱਚੇ ਨੂੰ ਬੁਲਾ ਲਓ, ਇੰਨੀ ਪ੍ਰਸਿੱਧੀ ਹਾਸਿਲ ਨਾ ਕਰੋ ਕਿ ਤੁਸੀਂ ਲੋਕਾਂ ਦੀ ਨਜ਼ਰਾਂ 'ਚ ਨਜ਼ਰ ਆਉਣ ਲੱਗ ਪਿਓ। ਦੇਖੋ ਦੂਸਰੀ ਜਿਹੜੀ ਉਹਨਾਂ ਨੇ ਬਿਲਕੁਲ ਗੱਲ ਇਹ ਕੀਤੀ ਹੈ ਕਿ ਇਹਨਾਂ ਦੇ ਫਾਦਰ ਵੀ ਜਦੋਂ ਮੇਰੇ ਕੋਲ ਸਭ ਪਹਿਲਾਂ ਇਹਨਾਂ ਦੇ ਫਾਦਰ ਹੀ ਮੇਰੇ ਕੋਲ ਆਏ ਸੀ ਜਿਸ ਵੇਲੇ ਪਹਿਲੀ ਸਿਕਿਉਰਿਟੀ ਲਈ ਆ। ਅਤੇ ਇਹ ਜਿਹੜਾ ਇਹ ਪਾਰਟੀਆਂ ਆਮ ਆਦਮੀ ਪਾਰਟੀ ਪ੍ਰਚਾਰ ਕਰ ਰਹੀ ਆ ਕਿ ਕਾਂਗਰਸ ਇਹਦੇ ਤੋਂ ਪੋਲੀਟੀਕਲ ਕਰ ਰਹੀ ਹੈ, ਬਿਲਕੁਲ ਇਹ ਝੂਠ ਬੋਲਦੇ ਨੇ। ਮੇਰੇ ਕੋਲ ਬੜੀ ਦੇਰ ਤੋਂ ਗਿੱਪੀ ਗਰੇਵਾਲ, ਘੁੱਗੀ ਹੋਣੀ ਨੇ, ਸਾਡੇ ਮੇਰੇ ਆਪਣੇ ਜ਼ਿਲ੍ਹੇ ਦੇ ਨੇ, ਰਣਜੀਤ ਬਾਵਾ, ਮੇਰੇ ਕੋਲ ਸਿੰਗਰ ਤਕਰੀਬਨ ਹੀ ਆਉਂਦੇ ਹੁੰਦੇ ਸੀ, ਕਿਉਂਕਿ ਜੇਲ੍ਹ ਹੋਣ ਕਰਕੇ ਇਹਨਾਂ ਨੂੰ ਜਿਹੜੀਆਂ ਉਦੋਂ ਧਮਕੀਆਂ ਜਾਂ ਉਹਨਾਂ ਵੱਲੋਂ ਆਉਂਦੀਆਂ ਸੀ ਅਤੇ ਮੈਨੂੰ ਦੱਸ ਕੇ ਜਾਂਦੇ ਸੀ, ਅਤੇ ਉਸੇ ਹਿਸਾਬ ਨਾਲ ਮੈਂ DGP ਉਸ ਟਾਈਮ ਦਿਨਕਰ ਗੁਪਤਾ ਸੀਗੇ, ਉਹਨਾਂ ਨੂੰ ਮੈਂ ਨਾਲ ਦੀ ਨਾਲ ਹੀ ਇਹਨਾਂ ਨੂੰ ਭੇਜ ਦਿੰਦਾ ਰਿਹਾ ਕਿ ਇਹਨਾਂ ਨੂੰ ਥ੍ਰੈਟ ਆਈ ਆ ਅਤੇ ਇਹਨਾਂ ਦਾ ਇਮੀਡੀਏਟਲੀ ਕੋਈ ਨਾ ਕੋਈ ਐਕਸ਼ਨ ਕਰੋ। ਅਤੇ ਜਿਹੜਾ ਇਹ ਕਹਿਣਾ ਕਿ ਜੀ ਉੱਥੇ ਗਏ, ਮੇਰੇ ਨਾਲ ਇਸ ਪਰਿਵਾਰ ਦਾ ਪਿਛਲੇ ਮੇਰੇ ਖਿਆਲ 2020 ਤੋਂ ਇਹ ਫੈਮਿਲੀ ਦੇ ਨਾਲ ਮੇਰਾ ਕਾਫੀ ਨੇੜਲਾ ਸੰਬੰਧ, ਔਰ ਜਿਹੜਾ ਸ਼ੁਭਦੀਪ ਦਾ ਮੇਰੇ ਬੇਟੇ ਨਾਲ ਬਹੁਤ ਜ਼ਿਆਦਾ ਸੀ, ਕਿਉਂਕਿ ਉਹਦੇ ਨਾਲ ਵੱਡਾ ਸੀ ਆਪਣਾ ਸ਼ੁਭਦੀਪ, ਮੇਰਾ ਬੇਟਾ ਜੀ 21 ਸਾਲ ਦਾ, ਅਤੇ ਫਿਰ ਵੀ ਦੋਨਾਂ ਦਾ ਸੀ ਅਤੇ ਆਪਸ ਵਿੱਚ ਮਿਲਦੇ ਰਹਿੰਦੇ ਸੀ। ਮੈਨੂੰ ਮਿਲਿਆ ਵੀ ਬਹੁਤ ਘੱਟ ਆ, ਪਰ ਮੇਰੇ ਪਰਿਵਾਰ ਨਾਲ ਉਹਦਾ ਪਿਆਰ ਹੈਗਾ ਸੀ। ਪਰ ਜਦ ਆਪਾਂ ਗੱਲ ਕਰਦੇ ਪੰਜਾਬੀ ਸਿਨੇਮਾ 'ਚ ਰੰਗਦਾਰੀ ਜੇ ਹੈਗੀ ਹੈ, ਕਾਫੀ ਚਿਰ ਤੋਂ ਹੈਗੀ ਹੈ, ਇਸ ਨੂੰ ਇਰੇਜ਼ ਕਰਨਾ ਜਾਂ ਇਸ ਨੂੰ ਜੜ ਤੋਂ ਉਖਾੜਨ ਦੇ ਵਾਸਤੇ ਕੁਛ ਨਾ ਕੁਛ ਤਾਂ ਕਰਨਾ ਪਊਗਾ, ਕਿਉਂਕਿ ਕਲਾਕਾਰਾਂ ਨੂੰ ਵੀ ਡਰ ਰਹਿੰਦਾ। ਹੁਣ ਉਹ ਬੋਲਣ ਤੋਂ ਵੀ, ਕੈਮਰੇ ਦੇ ਅੱਗੇ ਮੂਹਰੇ ਆਉਣ ਤੋਂ ਡਰਦੇ ਨੇ ਕਿ ਕਿਤੇ ਸਾਡਾ ਨਾਮ ਨਾ ਆ ਜਾਏ। ਹੁਣ ਉਹਨਾਂ ਦੇ ਘਰ ਵੀ ਕੋਈ ਨਹੀਂ ਪਹੁੰਚ ਰਿਹਾ, ਬਹੁਤ ਘੱਟ ਲੋਕ ਪਹੁੰਚ ਰਹੇ। ਬਿਲਕੁਲ ਉਹਨਾਂ ਨੂੰ ਇਹ ਡਰ ਨਹੀਂ, ਇਹ ਸੱਚਾਈ ਆ। ਕੌਣ ਆਏਗਾ ਜੇ ਆਪਾਂ ਇਸੇ ਤਰ੍ਹਾਂ ਹੀ ਸਿਕਿਉਰਿਟੀ ਵਾਪਸ ਲਾਂਗੇ? ਟੈਰਰਿਜ਼ਮ ਕਿਵੇਂ ਖਤਮ ਹੋਇਆ? ਲੋਕਾਂ ਦੇ ਮਨ 'ਚ ਇੱਕ ਭਰ ਦਿੱਤਾ ਕਿ ਅਸੀਂ ਗਵਰਨਮੈਂਟ ਤੁਹਾਡੇ ਨਾਲ ਆ, ਤਾਂ ਟੈਰਰਿਜ਼ਮ ਖਤਮ ਹੋਇਆ। ਆਟੋਮੈਟਿਕ ਹਥਿਆਰ ਨੇ ਇਹ 94, ਕਿਉਂਕਿ ਬੁਲੇਟ ਪ੍ਰੂਫ ਆਟੋਮੈਟਿਕ ਹਥਿਆਰ ਵਾਕਈ ਬੜੀ ਖਤਰਨਾਕ ਗੱਲ ਆ ਕਿ ਬੁਲੇਟ ਪ੍ਰੂਫ ਦੇ ਉੱਪਰ ਅਟੈਕ ਕਰ ਲਿਓ ਆਏ ਸੀ। ਅਤੇ ਮੈਨੂੰ DGP ਸਾਹਿਬ ਅਤੇ ਜਾਂ ਜਿਹੜੇ ਇਹਨਾਂ ਦੇ ਲੀਡਰ ਜਿਹੜੇ ਗੱਲਾਂ ਕਰਦੇ ਕਿ ਉਹ ਆਪਣੀ ਬੁਲੇਟ ਪ੍ਰੂਫ ਕਾਰ 'ਚ ਕਿਉਂ ਨਹੀਂ ਬੈਠਾ, ਗਨਮੈਨ ਕਿਉਂ ਨਹੀਂ ਲੈ ਕੇ ਗਿਆ? ਇੱਕ ਗਨਮੈਨ 2 ਗਨਮੈਨ ਸੀਗੇ, ਅਤੇ ਜਿਨ੍ਹਾਂ ਨੂੰ 24 ਘੰਟੇ ਆਪ ਹੀ ਭਗਵੰਤ ਸਿੰਘ ਮਾਨ ਨੇ, ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਮੁੱਖ ਮੰਤਰੀ ਬਣਦੇ ਸਟੇਟਮੈਂਟ ਦਿੱਤੀ ਕਿ ਅਸੀਂ ਪੁਲਿਸ ਕੋਲੋਂ 8 ਘੰਟੇ ਡਿਊਟੀ ਲਵਾਂਗੇ, ਤੋਂ ਵੱਧ ਨਹੀਂ ਲਵਾਂਗੇ। ਅਤੇ ਇਹਦਾ 2 ਗਨਮੈਨ 12 ਘੰਟੇ ਕਿਵੇਂ ਡਿਊਟੀ ਦੇ ਸਕਦੇ ਨੇ ਜੀ? ਅਤੇ ਜਿਹੜਾ ਇੱਕ ਉੱਥੇ ਹੈ ਵੀ ਬਿਮਾਰ ਸੀ, ਅਤੇ ਉਦਣ ਹੈ ਵੀ ਉਹਦੇ ਕੋਲ ਇੱਕ ਹੀ ਸੀਗਾ ਉੱਥੇ ਗਨਮੈਨ। ਅਤੇ ਜੇ ਤੈਨੂੰ ਇੰਨੀ ਪ੍ਰੋਬਲਮ ਸੀਗੀ ਇਹ ਸਿਕਿਉਰਿਟੀ ਵਾਲਿਆਂ ਨੂੰ, ਤਾਂ ਉਹਦੇ 4 ਦੇ 4 ਹੀ ਰਹਿਣ ਦਿੰਦੇ। ਉਹਦੀ ਇਨਪੁੱਟ ਵੀ ਇਹਨਾਂ ਨੂੰ ਮਿਲ ਗਈ ਦਿੱਲੀ ਤੋਂ ਕਿ ਤੁਹਾਡੇ ਦੀ ਰੇਕੀ ਹੋਈ ਆ, ਦਾ ਧਿਆਨ ਰੱਖੋ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਚਲੋ ਠੀਕ ਆ, ਬੁਲੇਟ ਪ੍ਰੂਫ 'ਚ ਬੈਠ ਜਾਂਦਾ। ਜੇ ਬੁਲੇਟ ਪ੍ਰੂਫ ਨੂੰ ਦੋਨਾਂ ਪਾਸੇ ਤੋਂ ਰੋਕ ਲੈਂਦੇ, ਅੱਗੇ ਪਿੱਛੇ ਜਿਵੇਂ ਉਹਨੂੰ ਰੋਕਿਆ ਗਿਆ, ਅਤੇ ਅੰਦਰਲੇ ਗਨਮੈਨ ਨੇ ਜਦੋਂ ਦਰਵਾਜ਼ਾ ਖੋਲ੍ਹਣਾ ਸੀ, ਅਤੇ ਉਹ ਤਾਂ ਆਪ ਹੀ ਉਹਨਾਂ ਨੂੰ ਦੇ ਦਿੱਤੀ ਕਿ ਆ ਜਾਓ, ਵੀ ਅਸੀਂ ਦਰਵਾਜ਼ਾ ਖੋਲ੍ਹਤਾ, ਇਹਨੂੰ ਮਾਰ ਦਿਓ। ਕਿੰਨਾ ਕੁ ਚਿਰ ਬੁਲੇਟ ਪ੍ਰੂਫ ਗੱਡੀ 'ਚ ਬੈਠਾ ਰਹਿੰਦਾ? ਤਾਂ ਇਸ ਕਰਕੇ ਜਿਹੜੀ ਬੁਲੇਟ ਪ੍ਰੂਫ ਗੱਡੀ ਆ, ਇਹਦੇ ਨਾਲ ਐਸਕੌਰਟ ਦਾ ਹੋਣਾ ਬਹੁਤ ਜ਼ਰੂਰੀ ਆ। ਅਤੇ DGP ਸਾਹਿਬ ਨੂੰ ਕਹਿੰਦਾ ਕਿ ਜਿਸ ਵੇਲੇ ਇਹਨਾਂ ਨੂੰ ਨਹੀਂ ਪਤਾ, ਹੁਣ ਤਾਂ ਆਪਾਂ ਰਾਘਵ ਚੱਡਾ, ਉਹਨੂੰ ਕਾਹਦਾ ਖਤਰਾ ਪੈ ਗਿਆ ਜੀ? ਅਜੇ 10 ਦਿਨ ਪਹਿਲਾਂ MP ਬਣਿਆ, ਸਟੇਜਾਂ 'ਤੇ ਖਲੋ ਕੇ ਕਹਿੰਦੇ ਕਿ ਲੀਡਰੋਂ ਕੋ ਕਿਆ ਜ਼ਰੂਰਤ ਹੈ ਪੁਲਿਸ ਲੈਣੇ ਕੀ? ਅਤੇ ਆਪ ਚੀਫ ਮਿਨਿਸਟਰ ਜਦੋਂ ਉੱਥੇ ਗਿਆ ਤਾਂ ਮੇਰੇ ਖਿਆਲ ਛਾਉਣੀ 'ਚ ਬਦਲ ਕੇ ਰੱਖ ਦਿੱਤਾ। 2500 ਬੰਦਾ ਆਫੀਸ਼ੀਅਲੀ ਉਹ ਡਿਊਟੀ 'ਤੇ ਲੱਗ ਗਿਆ। ਅਤੇ ਇੰਨਾ ਜੇ ਭਗਵੰਤ ਮਾਨ ਜੀ ਤੁਹਾਨੂੰ ਡਰ ਆ, ਅਤੇ ਪਹਿਲਾਂ ਕਿਉਂ ਕਹਿੰਦੇ ਰਹੇ ਹੋ ਕਿ ਲੀਡਰ ਇਕੱਲਾ ਆਵੇ? ਅਤੇ ਆਮ ਆਦਮੀ ਕਹਿੰਦੇ ਆਮ ਆਦਮੀ ਅਸੀਂ, ਅਤੇ ਬਣੋ ਹੁਣ ਆਦਮੀ ਕਿ ਹੁਣ ਤਾਂ ਖਾਸੋਂ VVIP ਨੇ, ਅੱਗੇ 3-4 ਹੋਰ VVIP ਕਰ ਦਿਓ ਅਤੇ ਫਿਰ ਇਹ ਬਣਦੇ ਨੇ ਕਿ ਇਹਨਾਂ ਦੇ ਲਾਗੇ ਹਵਾ ਨਹੀਂ ਨਿਕਲ ਦਿੱਤੀ। ਕਦੀ ਮੀਡੀਆ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਆਏ ਨੇ, ਹਮੇਸ਼ਾ ਹੁੰਦਾ ਸੀ ਕੈਪਟਨ ਅਮਰਿੰਦਰ ਸਿੰਘ ਹੋਣੇ ਵੀ, ਅਤੇ ਜਾਂ ਦੂਸਰੇ ਲੀਡਰ ਜਿਹੜੇ ਚੀਫ ਮਿਨਿਸਟਰ ਮੀਡੀਆ ਦੇ ਸਾਹਮਣੇ ਇਹੋ ਜਿਹੀ ਚੀਜ਼ 'ਤੇ ਆਉਂਦੇ ਸੀਗੇ। ਅਤੇ 5-5 6-6 ਦਿਨ ਬਾਅਦ ਇੱਕ ਦੂਜੇ ਨਾਲ ਸਲਾਹ ਕਰਕੇ ਲੋਕਾਂ ਕੋਲੋਂ ਡਰਦੇ ਜਾਓਗੇ। ਪੰਜਾਬ ਨੇ ਵੈਸੇ ਪਛਤਾਉਣਗੇ ਪੰਜਾਬੀ ਕਿ ਅਸੀਂ ਗਲਤੀ ਕਰ ਬੈਠੇ ਹਾਂ, ਔਰ ਜਿਹੜੀਆਂ ਗੰਢਾਂ ਪੰਜਾਬ ਨੇ ਹੱਥਾਂ ਨਾਲ ਦਿੱਤੀਆਂ ਸੀ ਇਹ ਵੋਟਾਂ ਪਾ ਕੇ, ਇਹ ਗੰਢਾਂ ਹੁਣ ਇਹਨਾਂ ਨੂੰ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ। ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿਤੇ ਨਾ ਕਿਤੇ ਕੇਂਦਰ ਤੋਂ ਵੀ ਹੈਲਪ ਲੈਣੀ ਚਾਹੀਦੀ ਹੈ। ਇਸ ਦੇ ਨਾਲ ਮੈਂ ਇੱਕ ਮੌਜੂਦਾ ਜੋ ਆਪਣੇ ਜੇਲ੍ਹ ਮੰਤਰੀ ਹੈ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸਾਡੇ ਮਾਧਿਅਮ ਦੇ ਰਾਹੀਂ? ਬਹੁਤ CM ਪੰਜਾਬ ਦੇ CM
ਤੇ ਜੇਲ੍ਹ ਮੰਤਰੀ ਬਹੁਤ ਇੰਟੈਲੀਜੈਂਟ ਆ, ਮੇਰੇ ਤੋਂ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਔਰ ਬੜੇ ਐਕਸਪੀਰੀਅੰਸਡ ਔਰ ਉਹਨਾਂ ਨੂੰ ਤੇ ਵੈਸੇ ਮੇਰਾ ਬਣਦਾ ਵੀ ਨਹੀਂਗਾ, ਕਿਉਂਕਿ ਅੱਗੋਂ ਕੋਈ ਫਿਰ ਹੋਰ ਜਾਂ ਤੇ ਜੁਮਲੇਬਾਜ਼ੀ ਕੋਈ ਟਿਚਕਰ ਕਰਨਗੇ ਤੇ ਆਪਣੀ ਇੱਜ਼ਤ ਆਪਣੇ ਕੋਲ ਬਚਾ ਕੇ ਇਹਨਾਂ ਲੋਕਾਂ ਕੋਲੋਂ ਰੱਖਣੀ ਚਾਹੀਦੀ ਹੈ ਸਾਨੂੰ। ਸਿੱਧੂ ਮੂਸੇਵਾਲੇ ਦੇ ਨਾਲ ਪਹਿਲੀ ਵਾਰ ਕਿਸ ਤਰ੍ਹਾਂ ਦੀ ਰਹੀ, ਕਿਵੇਂ ਹੋਈ ਮੁਲਾਕਾਤ ਤੇ ਕਿੰਨੀ ਕੁ ਗੱਲਾਂ ਸਾਂਝੀਆਂ ਹੋਈ ਦਿਲ ਦੀਆਂ? ਮੈਂ 39 ਸੈਕਟਰ 'ਚ ਸੀਗਾ। ਸ਼ਾਮ ਨੂੰ ਮੈਂ ਵੈਸੇ ਗਾਣੇ ਗੁਣੇ ਟਾਈਮ ਹੀ ਨਹੀਂ ਗਾ ਮਿਲਦਾ, ਅਤੇ ਮੇਰੇ ਕੋਈ ਨੋਨ ਸੀਗੇ ਉਹਨਾਂ ਦੇ ਨਾਲ ਹੀ ਜਲੰਧਰ ਤੋਂ ਆਪਣਾ ਸਿੱਧੂ ਅਤੇ ਇਹਦੇ ਫਾਦਰ ਆਏ ਘਰੇ। ਉੱਥੇ ਮੈਨੂੰ ਮਿਲਿਆ, ਵਾਕਈ ਬੜਾ ਇੱਕ ਸਿੰਪਲ ਜਿਹਾ ਅਤੇ ਬੜਾ ਸਿੱਧਾ ਸਾਦਾ ਜਿਹਾ, ਕੋਈ ਇਹਦੇ 'ਚ ਫੂੰ ਫਾਂ ਨਹੀਂ। ਅਤੇ ਇਹ ਮਿਲਿਆ ਮੈਨੂੰ ਕਹਿੰਦਾ ਜੀ ਅੰਕਲ ਮੈਨੂੰ ਆਹ ਥ੍ਰੈਟ ਆਇਆ ਕਿ ਜਿਹੜਾ ਯੂਟਿਊਬ ਦੇ ਉੱਤੇ ਰਾਈਟਸ ਨੇ ਸਾਨੂੰ ਕਰਦੇ, ਅਤੇ ਕਹਿੰਦਾ ਜੀ ਕਦੀ 5 ਲੱਖ 10 ਲੱਖ 20 ਲੱਖ ਲਾਏ ਜਾਂਦੇ ਨੇ, ਅਤੇ ਜੇ ਇਹ ਚੀਜ਼ਾਂ ਹੀ ਲੈਣ ਲੱਗ ਪਏ ਤਾਂ ਫਿਰ ਤਾਂ ਕਹਿੰਦਾ ਇਨਕਮ ਵੀ ਸਾਰੇ ਕੋਈ ਗਈ ਅਤੇ ਫਿਰ ਗਾਣ ਦਾ ਕੋਈ ਮਤਲਬ ਹੀ ਨਹੀਂ। ਮੈਂ ਕਿਹਾ ਯਾਰ ਮੈਨੂੰ ਤਾਂ ਪਹਿਲਾਂ ਤਾਂ ਖੁਸ਼ੀ ਇਹੀ ਆ ਕਿ ਤੇਰਾ ਫਾਦਰ ਕਿੰਨਾ ਸਿੰਪਲ ਜਿਹਾ, ਕਿ ਤੂੰ ਜੇ ਏਡਾ ਟੌਪ ਦਾ ਤੂੰ ਬਣ ਗਿਆ, ਤੇਰੇ ਮਗਰ ਮੈਂ ਦੁਨੀਆ ਤੁਰੀ ਫਿਰਦੀ ਆ। ਅਤੇ ਮੈਂ ਕਿਹਾ ਮੇਰੇ ਵਰਗੇ ਵੀ ਚਾਹੁੰਦੇ ਨੇ ਕਿ ਸਿੱਧੂ ਨਾਲ ਬੈਠ ਕੇ ਮਿਲੀਏ, ਅਤੇ ਮੈਂ ਕਿਹਾ ਕਿ ਤੂੰ ਚਾਹੁੰਦਾ ਕੀ ਆ? ਕਹਿੰਦਾ ਜੀ ਮੈਂ ਇਹੋ ਚਾਹੁੰਦਾ ਕਿ ਗਨਮੈਨ 2 ਕੁ ਮਿਲ ਜਾਣ ਅਤੇ ਆਹ ਸਾਰਾ ਕੁਝ ਮੁੱਕ ਜੇ, ਅਤੇ ਕਹਿੰਦਾ ਦੁਖੀ ਬਹੁਤ ਆ। ਉਦੋਂ ਦਿਨਕਰ ਗੁਪਤਾ ਸੀਗੇ DGP, ਉਹਨਾਂ ਨੇ 2 ਗਨਮੈਨ ਦੇ ਦਿੱਤੇ। ਉਹਦੇ ਬਾਅਦ ਫਿਰ ਮੇਰੇ ਕੋਲ 2021 'ਚ ਆਇਆ, ਅਤੇ ਉਦੋਂ ਫਿਰ ਕਹਿੰਦਾ ਜੀ ਅੰਕਲ ਇਹ ਤਾਂ ਫਿਰ ਨਹੀਂ ਹਟਦਾ। ਅਤੇ ਉਹ ਜਦੋਂ ਦੁਬਾਰਾ, ਅਤੇ ਇਹਦਾ ਫਿਰ ਮੇਰੇ ਬੇਟੇ ਨਾਲ ਜ਼ਿਆਦਾ ਪਿਆਰ ਸੀਗਾ, ਮੇਰੇ ਨਾਲ ਤਾਂ ਘੱਟ ਸੀਗਾ, ਅਤੇ ਉਹਦੇ ਕੋਲ ਹੀ ਬੈਠਾ। ਅਤੇ ਮੈਂ ਜਦੋਂ ਆਇਆ ਅਤੇ ਮੈਨੂੰ ਕਹਿੰਦਾ ਕਿ ਅੰਕਲ ਮੈਨੂੰ ਫਿਰ ਆਹ ਵੇਖੋ, ਮੈਨੂੰ ਇਹਨੇ ਆਪ ਦਿਖਾਇਆ, ਇਹ ਦਿਖਾਇਆ ਕਿ ਆਹ ਹੁਣ ਆ ਜਾਂਦੀ ਆ। ਉਹ ਮੈਂ ਹੋਏ ਤੂੰ ਜੱਟਾਂ ਦਾ ਮੁੰਡਾ, ਐਵੇਂ ਨਾ ਡਰਿਆ ਕਰ, ਇੱਦਾਂ ਹੀ ਮੈਂ ਕਿਹਾ ਇਹਨੂੰ। ਕਹਿੰਦਾ ਅੰਕਲ ਮੈਂ ਡਰਦਾ ਨਹੀਂ, ਮੈਂ ਮਰਨ ਤੋਂ ਨਹੀਂ ਡਰਦਾ। ਕਹਿੰਦਾ ਪਰ ਇਹ ਗੁੰਡਾਗਰਦੀ ਰੁਕੇਗੀ ਕਿੱਥੇ? ਮੈਂ ਕਿਹਾ ਚੱਲ ਤੈਨੂੰ ਦੋ ਹੋਰ ਦੇ ਦਿੰਦੇ ਹਾਂ। ਉਦੋਂ ਗਿੱਪੀ ਗਰੇਵਾਲ ਵੀ ਨਾਲ ਸੀ, 4-5 ਜਾਣੇ ਸੀਗੇ ਮਿਲਣ ਆਏ, ਅਤੇ ਉਹ ਸਾਰਿਆਂ ਨੂੰ ਮੈਂ ਭੇਜ ਦਿੱਤਾ ਦਿਨਕਰ ਗੁਪਤੇ ਵਾਲਾ, ਔਰ ਬੜਾ ਹੀ ਗ੍ਰੇਟਨੈਸ ਦਿਖਾਈ ਉਸ ਟਾਈਮ ਦੇ DGP ਸਾਹਿਬ ਨੇ। ਉਹਨਾਂ ਨੇ ਕਹਿੰਦੇ ਸਰ ਮੇਰੇ ਕੋਲ ਭੇਜੋ, ਵਾਕਿਆ ਪੰਜਾਬ ਦਾ ਪ੍ਰਾਈਡ ਨੇ ਮੁੰਡੇ, ਆਪਾਂ ਇਹਨਾਂ ਨੂੰ ਪੂਰੀ ਸਿਕਿਉਰਿਟੀ ਜੋ ਇਹਨਾਂ ਦਾ ਹੈਗਾ ਉਹਨਾਂ ਨੂੰ ਕਰਾਂਗੇ। ਔਰ ਉਹਨਾਂ ਉਸੇ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਦਿੱਤੇ, ਔਰ ਇਹਨਾਂ ਸਿਕਿਉਰਿਟੀ ਦਾ ਇੰਤਜ਼ਾਮ ਕਰਕੇ ਫਿਰ ਭੇਜੇ। ਅਤੇ ਇਹਦੇ ਬਾਅਦ ਉਹ ਫਿਰ ਟਾਈਮ ਟੂ ਟਾਈਮ ਕਦੀ ਮਿਲਦੇ ਰਹਿਣਾ। ਫਿਰ ਜਦੋਂ ਇਹਨੂੰ ਟਿਕਟ ਦਿੱਤੀ ਆ, ਅਤੇ ਆਪਣੇ ਰਾਜਾ ਵੜਿੰਗ ਜਿਹੜੇ ਸਾਡੇ ਹੁਣ ਪ੍ਰੈਜ਼ੀਡੈਂਟ ਨੇ, ਉਹਦੇ ਨਾਲ ਵੀ ਬੜਾ ਪਿਆਰ ਹੈ ਇਸ ਫੈਮਿਲੀ ਦਾ। ਅਤੇ ਮੇਰਾ ਤਾਂ ਇੰਨਾ ਕੀ ਸੀਗਾ, ਉਹਦਾ ਪਰ ਬਹੁਤ ਜ਼ਿਆਦਾ ਉਹਦੀ ਮਦਰ ਨਾਲ ਸਾਰਿਆਂ ਨਾਲ ਬਹੁਤ ਆ ਰਾਜਾ ਵੜਿੰਗ ਦਾ। ਉਹਨੇ ਕਿਹਾ ਕਿ ਤੂੰ ਸਿੱਧੂ ਨਾ ਆ, ਕਿ ਤੇਰਾ ਬੜਾ ਨਾਮ ਆ ਅਤੇ ਐਵੇਂ ਪੋਲੀਟਿਕਸ ਵਿੱਚ ਰੁਲ ਜਾਏਗਾ। ਅਤੇ ਉਹ ਕਹਿੰਦਾ ਮੈਂ ਖੁਸ਼ੀ ਨਾਲ ਨਹੀਂ ਆਉਣ ਲੱਗਾ, ਕਹਿੰਦਾ ਕਿ ਮੈਂ ਇਸ ਕਰਕੇ ਆਉਣ ਲੱਗਾ ਕਿ ਜਦੋਂ ਮੈਂ ਜੇ MLA ਬਣ ਗਿਆ ਅਤੇ ਮੈਨੂੰ ਸਿਕਿਉਰਿਟੀ ਪਰਮਾਨੈਂਟ ਮਿਲ ਜੂ। ਉਹ ਸਿਕਿਉਰਿਟੀ ਦੇ ਚੱਕਰ 'ਚ ਹੀ ਵਿਚਾਰਾ ਪੋਲੀਟਿਕਸ ਵਿੱਚ ਆਇਆ। ਫਿਰ ਜਦੋਂ ਮੈਂ ਹੋਮ ਮਿਨਿਸਟਰ ਬਣਿਆ ਤਾਂ ਪਹਿਲੇ ਦਿਨ ਹੀ ਮੈਨੂੰ ਮਿਲਣ ਆ ਗਿਆ, ਅੰਕਲ ਫਿਰ ਆ ਗਈ ਜੀ, ਆਪ ਸੁਣ ਲਓ। ਸੋ ਲਗਾਤਾਰ ਕਿਉਂਕਿ ਜਿੰਨੀ ਵਾਰ ਤੁਹਾਡੇ ਨਾਲ ਮੁਲਾਕਾਤ ਹੋਈ ਉਨੀ ਵਾਰ ਜ਼ਿਕਰ ਹੋਇਆ ਕਿ ਥ੍ਰੈਟ ਆ ਰਹੀ ਹੈ, ਲਗਾਤਾਰ ਨਹੀਂ ਉਹਨੇ ਡਰ ਡੁਰ ਕੇ ਨਹੀਂ ਸੀ ਕਰ ਰਿਹਾ। ਜਦੋਂ ਬੈਠੇ ਹੁਣ ਗੱਲਾਂ ਕਰਨ, ਅੰਕਲ ਆ ਵੇਖ ਲਓ ਫਿਰ ਸੁਣ ਲਓ, ਮੈਂ ਉਹਨੂੰ ਆਪਣੀ ਕੱਢ ਕੇ ਸੁਣਾ ਦੇਣੀ। ਮੈਂ ਖਿਆਲ ਹੈ ਮੈਨੂੰ ਤੇਰੇ ਤੋਂ ਵੱਧ ਆਈਆਂ ਨੇ, ਅਤੇ ਉਹਨੇ ਮੈਨੂੰ ਕਹਿਣਾ ਅੰਕਲ ਤੁਹਾਡੇ ਕੋਲ ਤਾਂ ਇੰਨੇ, ਮੈਂ ਚੱਲ ਤੂੰ ਮੇਰੇ ਲੈ ਜਾ। ਬੱਚੇ ਜਿਵੇਂ ਕਰਦੇ ਇੱਦਾਂ ਹੀ ਉਹਨੇ ਕਰਨੀ ਗੱਲ। ਅਤੇ ਮੈਨੂੰ ਵਾਕਈ ਕੋਈ ਕਹਿਣ ਲਈ ਗੱਲ ਨਹੀਂ ਹੈਗੀ ਕਿ ਭਗਵੰਤ ਮਾਨ ਆਪ ਇੱਕ ਆਰਟਿਸਟ ਹੋਵੇ ਅਤੇ ਇੱਕ ਆਰਟਿਸਟ ਦੇ ਨਾਲ ਇਹੋ ਜਿਹਾ ਬਿਹੇਵ ਕਰੇ, ਕੋਈ ਗੱਲ ਜੱਚਦੀ ਨਹੀਂ, ਮਨ ਨੂੰ ਲੱਗਦੀ ਨਹੀਂ। ਆਰਟਿਸਟ ਦੇ ਬੜੇ ਵੱਡੇ ਵਿਸ਼ਾਲ ਹਿਰਦੇ ਦੇ ਪਲੇਅਰ ਅਤੇ ਜਿਹੜੇ ਆਰਟਿਸਟ ਹੁੰਦੇ ਆ, ਇਹਨਾਂ ਦਾ ਬਹੁਤ ਵੱਡਾ ਦਿਲ ਹੁੰਦਾ। ਪਰ ਮੈਨੂੰ ਭਗਵੰਤ ਮਾਨ ਦਾ ਨਹੀਂ ਸਮਝ ਲੱਗੀ ਕਿ ਕਮੇਡੀਅਨ ਅਤੇ ਆਰਟਿਸਟ ਵਿੱਚ ਮੇਰੇ ਖਿਆਲ ਕੋਈ ਫਰਕ ਹੁੰਦਾ। ਕਮੇਡੀਅਨ ਜਿਹੜੇ ਨੇ ਉਹ ਹਰ ਚੀਜ਼ ਨੂੰ ਮਜ਼ਾਕ 'ਚ ਲੈਂਦੇ ਨੇ, ਅਤੇ ਜਿਹੜੇ ਵੈਸੇ ਸੈਂਸਿਟਿਵ ਜਿਹੜੇ ਹੁੰਦੇ ਨੇ ਆਰਟਿਸਟ, ਉਹ ਹੋਰ ਤਰੀਕੇ ਨਾਲ ਚੱਲਦੇ। ਜਿਹੜੇ ਸਪੋਰਟਸਮੈਨ ਹੁੰਦੇ ਆ ਉਹ ਹੋਰ ਤਰੀਕੇ ਨਾਲ ਚੱਲਦੇ। ਉਹਨਾਂ ਦਾ ਤਾਂ ਦਿਲ 'ਚ ਕਦੀ ਹੋਇਆ ਹੀ ਨਹੀਂ ਕਿਸੇ ਲਈ ਵਿਰੋਧ। ਪਰ ਆ ਜਿਹੜੀ ਇਹਨਾਂ ਨੇ ਚੀਜ਼ ਕਰਕੇ ਅਤੇ ਉਹਦੇ 'ਚ ਪਾ ਕੇ ਫਿਰ ਇਹ ਦਿਖਾਉਣਾ
ਮਾਰਕੀਟਿੰਗ ਕਰਨੀ, ਮੈਂ ਸਿੱਧੂ ਦੀ ਸਿਕਿਉਰਿਟੀ ਵਾਲੇ ਯਾਰ ਮਾਨ ਸਾਹਿਬ ਆਪਣੇ ਬੱਚੇ ਤੁਸੀਂ ਦੋਵੇਂ ਅਮਰੀਕਾ ਕੈਨੇਡਾ ਪਤਾ ਨਹੀਂ ਕਿੱਥੇ ਭੇਜੇ ਨੇ, ਅਤੇ ਸਿੱਧੂ ਵਿਚਾਰਾ ਅਮਰੀਕਾ ਕੈਨੇਡਾ ਦੇ ਵਿੱਚ PR ਸੀਗਾ, ਅਤੇ ਇਹ ਉੱਥੋਂ ਛੱਡ ਕੇ ਤੇ ਆਪਣੇ ਪੰਜਾਬ 'ਚ ਆ ਗਿਆ, ਆਪਣੇ ਪਿੰਡ 'ਚ ਰਹਿ ਗਿਆ। ਕਦੀ ਅੱਜ ਤੱਕ ਮੈਂ ਆਰਟਿਸਟ ਕੋਈ ਪਿੰਡ 'ਚ ਰਹਿੰਦਾ ਨਹੀਂ ਵੇਖਿਆ, ਇਹਨੇ ਘਰ ਕੋਠੀ ਨਹੀਂ ਕਹੀ, ਹਵੇਲੀ ਗਈ, ਅਤੇ ਉਹ ਹੀਰਾ ਸਾਡੇ ਕੋਲ ਚਲਾ ਗਿਆ। ਇਹ ਕਦੀ ਭਗਵੰਤ ਮਾਨ ਨੂੰ ਰਾਤ ਨੀਂਦ ਨਹੀਂ ਆਏਗੀ ਜਦੋਂ ਇਹਦਾ ਜ਼ਿਆਦਾ ਕਰਕੇ। ਕਿਉਂਕਿ ਜਦ ਆਪਾਂ ਗੱਲ ਕਰਦੇ ਹਾਂ ਕਿ ਲੋਕ ਬਾਹਰ ਨੂੰ ਜਾ ਰਹੇ ਨੇ, ਤੇ ਮੂਸੇਵਾਲਾ ਇੱਕ ਅਜਿਹਾ ਐਗਜ਼ਾਮਪਲ ਹੈ ਨੌਜਵਾਨ ਪੀੜ੍ਹੀ ਦਾ, ਜੋ ਬਾਹਰੋਂ ਪੈਸੇ ਕਮਾ ਕੇ ਇੱਥੇ ਆਇਆ। ਇੱਥੇ ਜਦ ਆਇਆ ਉਹਨੇ 2 ਏਕੜ ਤੋਂ ਲੈ ਕੇ ਹੁਣ ਇੰਨੇ ਸਾਰੇ ਏਕੜ ਬਣਾ ਤੇ ਮਾਪਿਓ ਦੇ ਸੁਪਨੇ ਪੂਰੇ ਕੀਤੇ। ਤੇ ਕਿਵੇਂ ਦੇਖਦੇ ਹੋ, ਕਿਉਂਕਿ ਜਦ ਆਪਾਂ ਕਰਦੇ ਹਾਂ ਨੌਜਵਾਨ ਵਾਸਤੇ ਇੱਕ ਐਗਜ਼ਾਮਪਲ ਸੀ, ਡਰਦਾ ਵੀ ਨਹੀਂ ਸੀ। ਦੇਖੋ ਡਰ ਤੇ ਉਹਦੇ 'ਚ ਬਿਲਕੁਲ ਹੀ ਨਹੀਂ ਸੀ, ਜਿੰਨੀ ਵਾਰ ਮਿਲਿਆ ਉਹਨੇ ਕਦੀ ਡਰ ਦੀ ਨਹੀਂ ਕੀਤੀ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਬੜਾ ਸਿੰਪਲ ਅਤੇ ਬੜਾ ਸਪਸ਼ਟ ਜਿਹਾ ਬੰਦਾ ਸੀ, ਅਤੇ ਅੱਜ ਵੀ ਮੇਰੀ ਅੱਖਾਂ ਸਾਹਮਣੇ ਉੱਦਾਂ ਹੀ ਬੈਠਾ ਹੁੰਦਾ ਕਿ ਜਿੱਦਾਂ ਉਹ ਬਿਲਕੁਲ ਦੇਸੀ ਜੀ ਗੱਲ ਕਰਦਾ ਹੁੰਦਾ ਸੀ, ਕਿ ਉਹ ਨਹੀਂ ਫੂਫਾਂ ਵਾਲੀ ਯਾਨੀ ਜੀਨ ਪਾਈ ਹੋਣੀ ਅਤੇ ਸ਼ਰਟ ਜੀ ਬਾਹਰ ਕੱਢੀ ਹੋਣੀ, ਅਤੇ ਉੱਦਾਂ ਹੀ ਹੋਣਾ। ਕਈ ਵਾਰਾਂ ਤਾਂ ਪਟਕਾ ਬੰਨ੍ਹ ਕੇ ਹੀ ਆ ਜਾਂਦਾ ਹੁੰਦਾ ਸੀ। ਅਤੇ ਜਿਹੜੇ ਇੰਨਾ ਨਾਂ ਕਮਾ ਕੇ, ਅਤੇ ਜਿਹੜਾ ਵਾਕਈ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਮੈਂ ਕੈਨੇਡਾ ਤੋਂ ਵਾਪਸ ਲੈ ਕੇ ਆਊਂਗਾ, ਯਾਰ ਤੂੰ ਤਾਂ ਇੱਥੇ ਹੁਣ ਫਾਇਦਾ ਹੀ ਨਹੀਂ ਛੱਡਿਆ। ਇਹ ਤਾਂ ਜਿਹੜੇ ਇੱਥੇ ਬੈਠੇ ਆ ਉਹ ਮਜਬੂਰ ਹੋ ਗਏ ਕਿ ਬਾਹਰ ਚਲੇ ਜਾਈਏ, ਕਿ ਸਾਡੀ ਕੋਈ ਸਿਕਿਉਰਿਟੀ ਨਹੀਂ। ਅਤੇ ਮਾਨ ਸਾਹਿਬ ਸੀਰੀਅਸ ਹੋਵੋ, ਪੰਜਾਬ ਬੜੀ ਸੈਂਸਿਟਿਵ ਸਟੇਟ ਆ, ਔਰ ਪੰਜਾਬ ਹਿੰਦੁਸਤਾਨ ਦਾ ਸਿਰ ਆ। ਤੁਹਾਡੇ ਕੰਗ ਸਾਹਿਬ ਜਿਹੜੀਆਂ ਸਟੇਟਮੈਂਟਾਂ ਦਿੰਦੇ ਨੇ, ਉਹਨਾਂ ਨੂੰ ਵੀ ਕਹੋ ਕਿ ਪੋਲੀਟੀਕਲ ਸਟੇਟਮੈਂਟ ਦੇਣ, ਗੌਰਮੈਂਟ ਵੱਲੋਂ ਬੁਲਾਰੇ ਨਾ ਬਣਨ, ਜਾਂ ਉਹਨਾਂ ਨੂੰ ਹਰਚਰਨ ਬੈਂਸ ਵਾਂਗੂ ਆਪਣੇ ਮੀਡੀਆ ਐਡਵਾਈਜ਼ਰ ਰੱਖ ਲਓ ਕਿ ਸਰਕਾਰ ਵੱਲੋਂ ਉਹ ਬੋਲਣ। ਰੰਧਾਵਾ ਸਾਹਿਬ, ਇੱਕ ਇਹ ਵੀ ਗੱਲ ਹੈ ਨਾ, ਕਿਉਂਕਿ ਇੰਟਰਨੈਸ਼ਨਲ ਸਟਾਰ ਸੀ, ਬਾਲੀਵੁੱਡ ਦੇ ਕਲਾਕਾਰ ਉਸ ਦੇ ਫੈਨ ਸੀਗੇ, ਇੰਟਰਨੈਸ਼ਨਲ ਲੈਵਲ 'ਤੇ ਭਾਵੇਂ ਆਪਾਂ ਕਹਿ ਲਈਏ ਮਿਊਜ਼ੀਸ਼ੀਅਨ, ਇੱਕ ਫੋਲੋ ਵੀ ਉਹ ਸਿਰਫ 21 ਲੋਕਾਂ ਨੂੰ ਇੰਸਟਾਗ੍ਰਾਮ 'ਤੇ ਕਰਦੇ, ਤੇ ਸਾਰੇ ਹੀ ਇੰਟਰਨੈਸ਼ਨਲ। ਬਿਲਕੁਲ ਬਿਲਕੁਲ ਵਾਕਈ ਮੈਂ ਤਾਂ ਉਹਦਾ ਦੇਖਿਆ, ਮੈਂ ਤਾਂ ਪਹਿਲਾਂ ਕਦੇ ਦੇਖਿਆ ਨਹੀਂ, ਹੁਣ ਮੈਂ ਦੇਖਦਾ ਕਿ ਇਹ ਤਾਂ ਬੰਦਾ ਹੀ ਬਹੁਤ ਵੱਡਾ ਸੀ। ਜਦੋਂ ਆਪਣੇ ਕਹਿੰਦੇ ਕਹਿੰਦੇ ਹੁੰਦੇ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ, ਅਤੇ ਫਿਰ ਅਤੇ ਇਹ ਤਾਂ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਬੁੱਕਲ 'ਚ ਐਡਾ ਵੱਡਾ ਹੀਰਾ ਤੁਰਿਆ ਫਿਰਦਾ, ਜਿਹਨੂੰ ਅਸੀਂ ਇੱਦਾਂ ਹੀ ਗਵਾ ਲਿਆ। ਕਿਉਂਕਿ 28 ਸਾਲਾਂ ਦੇ ਨੌਜਵਾਨ 'ਚ ਇੰਨੀ ਅਕਲ ਨਹੀਂ ਹੁੰਦੀ, ਇੰਨਾ ਦਿਮਾਗ ਨਹੀਂ ਹੁੰਦਾ, ਲੇਕਿਨ ਜੋ ਅਕਲ ਤੇ ਦਿਮਾਗ ਉਸਨੇ ਯੂਜ਼ ਕੀਤੀ, ਆਈ ਥਿੰਕ ਨੌਜਵਾਨਾਂ ਦਾ ਇਹੀ ਕਰੇਜ਼ ਹੈ ਕਿ ਉਹ ਅੱਜ ਵੀ ਸਿੱਧੂ ਮੂਸੇ ਵਾਲੇ ਦੇ ਨਾਂ ਦੇ ਟੈਟੂ ਬਣਾ ਰਹੇ ਤਾਂ ਜੋ ਅਮਰ ਰਹੇ। ਮੈਂ ਤਾਂ ਉੱਥੇ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਲੋਕ ਰੋ ਰਹੇ ਸੀ ਨੌਜਵਾਨ ਆ ਕੇ, ਨਾ ਮੈਂ ਨਹੀਂ ਕਦੀ ਦੇਖਿਆ। ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹ ਸੀ ਕਿ ਅਸੀਂ ਆਪਣੇ ਹੀਰੋ ਨੂੰ ਲਾਸਟ ਟਾਈਮ ਉਹਦੇ ਦਰਸ਼ਨ ਕਰ ਲਈਏ, ਇੰਨੀ ਕਦੀ ਕਿਸੇ ਪੋਲੀਟੀਕਲ ਆਦਮੀ ਦੀ ਵੀ, ਜਿਹੜੇ ਬਹੁਤ ਵੱਡੇ ਲੀਡਰ ਹੋਏ ਨੇ, ਉਨੀ ਪਬਲਿਕ ਉਹਨਾਂ ਲਈ ਵੀ ਨਹੀਂ ਇਕੱਠੀ ਹੋਈ ਜਿੰਨੀ ਸਿੱਧੂ ਦੀ ਉੱਥੇ ਇਕੱਠੀ ਹੋਈ ਹੈ। ਤੁਸੀਂ ਉੱਧਰ ਰੰਧਾਵਾ ਸਾਹਿਬ ਸਿੱਧੂ ਦੇ ਗਾਣੇ ਸੁਣੇ ਨੇ? ਮੈਂ ਉਹਦੇ ਸੁਣੇ ਨੇ, ਮੈਨੂੰ ਉਹਨੇ ਆਪ ਹੀ ਇੱਕ ਵਾਰ ਮੈਨੂੰ ਕਹਿੰਦਾ ਅੰਕਲ ਤੁਸੀਂ ਗਾਣੇ ਨਹੀਂ ਸੁਣਦੇ। ਮੈਂ ਕਿਹਾ ਯਾਰ ਮੈਂ ਗਾਣੇ ਗੁਣੇ ਘੱਟ ਹੀ ਸੁਣਦਾ। ਕਹਿੰਦਾ ਕਿਉਂ? ਮੈਂ ਕਿਹਾ ਇੱਕ ਤਾਂ ਤੁਸੀਂ ਮਿਊਜ਼ਿਕ ਬੜਾ ਉੱਚਾ ਲਾ ਦਿੰਦੇ ਹੋ, ਅਤੇ ਉਹਦੇ 'ਚ ਗਾਣਾ ਤਾਂ ਵਿੱਚ ਹੀ ਦੱਬ ਜਾਂਦਾ। ਕਹਿੰਦਾ ਮੇਰੇ 'ਚ ਮਿਊਜ਼ਿਕ ਨਹੀਂ, ਮੇਰੇ ਆਹ ਸੁਣੋ, ਅਤੇ ਮੈਨੂੰ ਦੇ ਕੇ ਗਿਆ, ਮੇਰੇ ਕੋਲ ਅਜੇ ਪਈ ਆ ਉਹਦੀ। ਕਿਹਾ ਜਾ ਰਿਹਾ ਕਿ SYL ਦੇ ਮੁੱਦੇ ਦੇ ਉੱਤੇ ਵੀ ਉਹਦੇ ਲਿਖਿਆ, ਉਹਨੇ ਦੱਸਿਆ ਵੀ ਸਾਨੂੰ ਕਿ ਮੈਂ SYL ਦੇ ਮੁੱਦੇ 'ਤੇ, ਪਰ ਉਹ ਵਿਚਾਰੇ ਦਾ ਜੋ ਵਿੱਚ ਹੀ ਰਹਿ ਗਿਆ ਉਹਦਾ। ਚਲੋ ਉਹਦੇ ਫਾਦਰ ਜਿਹੜੇ ਨੇ ਜਦੋਂ ਪਿਓ ਵੱਲ ਵੇਖੀਦਾ, ਅਤੇ ਉਹ ਇੱਕ ਮੂਵਮੈਂਟ ਬਹੁਤ ਜ਼ਬਰਦਸਤ ਸੀ। ਆਈ ਥਿੰਕ ਇੰਨੇ ਸਾਰੇ ਲੋਕਾਂ ਸਾਹਮਣੇ ਉਹਨਾਂ ਨੇ ਆਪਣੀ ਪਗੜੀ ਉਤਾਰ ਕੇ ਉਹਨਾਂ ਦਾ ਧੰਨਵਾਦ ਕੀਤਾ। ਨਾਲ ਜੋ ਥਾਪੀ ਮਾਰੀ ਹੈਗੀ ਹੈ, ਕਿਤੇ ਨਾ ਕਿਤੇ ਉਹ ਥਾਪੀ ਹੱਲੇ ਵੀ ਲੋਕਾਂ ਦੇ ਵਿਚਕਾਰ ਇੱਕ ਵਿਸ਼ੇ ਬਣੀ ਹੈ ਕਿ ਨਾ ਪਿਓ ਡਰਦਾ ਸੀ, ਨਾ ਪੁੱਤ ਡਰਦਾ ਸੀ, ਅਤੇ ਅੱਜ ਵੀ ਉਹ ਇੱਕ ਇੱਜ਼ਤ ਦੀ ਜ਼ਿੰਦਗੀ ਜੀ ਰਹੇ। ਮੈਂ ਇੱਕ ਚੀਜ਼ ਵੇਖੀ ਹੈ ਕਿ ਉਹਦੇ ਬਾਪ ਨੇ ਜਿਸ ਤਰੀਕੇ ਦੇ ਨਾਲ ਏਡਾ ਵੱਡਾ ਸਦਮਾ ਸਿਆ, ਇਹ ਬਹੁਤ ਵੱਡੇ ਦਿਲ ਵਾਲਾ ਸਹਿ ਸਕਦਾ, ਕੋਈ ਆਮ ਆਦਮੀ ਨਹੀਂ ਸਹਿ ਸਕਦਾ। ਜਿਸ ਤਰੀਕੇ ਨਾਲ ਉਹਦੀ ਮਦਰ ਨੇ ਕੀਤਾ, ਵਾਕਈ ਉਹ ਮਾਂ ਬੜੀ ਜਿਗਰੇ ਵਾਲੀ ਆ, ਜਿਹਨੇ ਇੰਨਾ ਪੁੱਤ ਪਿਆਰ ਕਰਦਾ ਸੀ, ਅਤੇ ਜਿਸ ਵੇਲੇ ਜਿਸ ਵੇਲੇ ਡੈਡ ਬੋਡੀ ਦਾ ਜੂੜਾ ਕੀਤਾ, ਮੇਰਾ ਨਹੀਂ ਖਿਆਲ ਕੋਈ ਉਸ ਚੀਜ਼ ਨੂੰ ਬਰਦਾਸ਼ਤ ਕਰ ਸਕਦਾ ਹੋਵੇ। ਅਤੇ ਮਾਂ ਜਿਹੜੀ ਏਡੇ ਲੰਬੇ ਕੇਸ ਨੇ ਉਹਦੇ, ਅਤੇ ਉਹਦਾ ਜੂੜਾ ਕਰਕੇ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਸੀ ਕਿ ਜਿਸ ਤਰੀਕੇ ਨਾਲ ਉਹ ਕਿਹਾ, ਵਾਕਈ ਉਹ ਨਹੀਂ। ਇੱਕ ਤਾਂ ਉਸ ਦਿਨ ਦੀ ਅਗਰ ਗੱਲ ਕੀਤੀ ਜਾਵੇ, ਬਹੁਤ ਸਾਰੀ ਵੀਡੀਓਜ਼ ਵਾਇਰਲ ਹੋਈ ਹੈ, ਅਤੇ ਬਹੁਤ ਲੋਕਾਂ ਨੇ ਇਲਜ਼ਾਮ ਵੀ ਲਾਏ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਆਪਣੇ ਵੋਟ ਬਟੋਰਨ ਦੇ ਲਈ ਸਿਆਸਤ ਕਰ ਰਹੀ ਹੈ ਇਸ ਟਾਈਮ ਸਿੱਧੂ ਮੂਸੇਵਾਲੇ ਦੀ ਲਾਸ਼ ਦੇ ਉੱਤੇ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਕਿਤੇ ਸਾਨੂੰ ਉੱਥੇ ਐਕਟਿਵ ਹੁੰਦਿਆਂ ਦੇਖਿਆ? ਅਤੇ ਫਿਰ ਉੱਥੇ ਕਿਹੜੀ ਸਿਆਸਤ ਕਰਨ ਗਏ ਸੀ? ਇਹ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਜਾਂ ਕੋਈ ਹੋਰ ਨੇ? ਮੈਂ ਕਹਿੰਦਾ ਅਕਾਲੀ ਦਲ ਨੇ ਨਹੀਂ ਉੱਥੇ ਕੋਈ ਗੱਲ ਕੀਤੀ।
ਆਮ ਆਦਮੀ ਪਾਰਟੀ ਆਪਣੇ ਬਾਅਦ 'ਚ ਭੇਜਦੀ ਰਹੀ ਆ। ਇਹ ਜਿਹੀਆਂ ਬੇਹੂਦਾ ਗੱਲਾਂ ਕਰਨੀਆਂ ਸਾਡੇ ਹੁਣ ਤੇ ਜਾਂ ਤੇ ਹੁਣ ਨਾ ਕਹੀਂ ਲਾਸਟ ਜਦੋਂ ਡੈਥ ਹੋਈ ਆ ਸਾਡੇ ਤੋਂ ਉਹਦੇ ਨਾਲ ਪੁਰਾਣੇ ਰਿਲੇਸ਼ਨ ਨੇ। ਆ ਜਿਹੜਾ ਰਾਜਾ ਵੜਿੰਗ ਹੈ ਇਹਦੇ ਤੇ ਮੇਰੇ ਤੋਂ ਵੀ ਪਹਿਲੇ ਨੇ 5-6 ਸਾਲ ਤੋਂ ਉਹਦੇ ਨਾਲ ਤੁਰਿਆ ਫਿਰਦਾ ਹੁੰਦਾ ਸੀ, ਕਿਉਂਕਿ ਇਹ ਵੀ ਮੁੰਡਾ ਸੀ ਉਹ ਵੀ ਮੁੰਡਾ ਸੀ। 21 ਸਾਲ ਤੋਂ ਗਾਣੇ ਬੋਲਣ ਲੱਗ ਪਿਆ। ਉਹਨੂੰ ਵੈਸੇ ਹੀ ਕਿਹਾ ਜਿੱਦਣ ਪਾਰਲੀਮੈਂਟ ਦੀ ਅਨਾਊਂਸ ਹੋ ਗਈ ਆ ਤੇ ਇਹਨੇ ਰਾਜੇ ਨੇ ਅਸੀਂ ਬੈਠੇ ਹਾਂ ਤੇ ਰਾਜੇ ਨੇ ਉਹਨਾਂ ਕਿਹਾ ਕਿ ਸਿੱਧੂ ਇਲੈਕਸ਼ਨ ਲੜੇਗਾ ਪਾਰਲੀਮੈਂਟ ਦੀ। ਕਹਿੰਦਾ ਬਾਈ ਜੀ ਪਹਿਲਾਂ ਹੀ ਨਹੀਂ ਸਿਕਿਉਰਿਟੀ ਜਿਹੜੀ ਉਹ ਜੀਣ ਦਿੰਦੇ ਤੇ ਹੁਣ ਕਹਿੰਦਾ ਕੀ ਕਰਾਂ, ਤੇ ਕਹਿੰਦਾ ਕੋਈ ਗੱਲ ਨਹੀਂ ਸਾਰਿਆਂ ਉੱਥੇ ਹੀ ਹੋਣਾ। ਕਹਿੰਦਾ ਚਲੋ ਅਸੀਂ ਤਾਂ ਮੰਡੇ ਨੂੰ ਮੀਟਿੰਗ ਸੱਦੀ ਸੀ ਕਿ ਕਿਹਨੂੰ ਕੈਂਡੀਡੇਟ ਬਣਾਉਣਾ। ਖਾਬ ਜੇ ਨੇ ਖਾਬ ਅਧੂਰੇ ਰਹਿ ਗਏ। ਖਾਬ ਸਿੱਧੂ ਮੂਸੇਵਾਲੇ ਦੇ ਵੀ ਅਧੂਰੇ ਰਹਿ ਗਏ, ਉਹਨਾਂ ਦੀ ਮਾਂ ਦੇ ਅਧੂਰੇ ਰਹਿ ਗਏ, ਉਹਨਾਂ ਦੇ ਪਿਤਾ ਦੇ ਅਧੂਰੇ ਰਹਿ ਗਏ। ਉਹ ਅਧੂਰੀ ਰਹਿ ਗਈ ਹਵੇਲੀ, ਜੋ ਹਵੇਲੀ ਉਹਨਾਂ ਨੇ ਬੜੇ ਹੀ ਸੁਪਨਿਆਂ ਦੇ ਨਾਲ ਤਿਆਰ ਕੀਤੀ ਸੀ, ਲੇਕਿਨ ਦਿਲ ਦੇ ਵਿੱਚ ਹਜੇ ਵੀ ਉਹ ਫਨਕਾਰ ਅਮਰ ਰਹੂਗਾ ਤੇ ਕੱਲ ਵੀ ਰਹੂਗਾ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਰਵਾਨ, ਦੈਨਿਕ ਸਵੇਰਾ ਟੀਵੀ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।